ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੇਰਾ ਨਾਮ ਸ਼ੈਲਜਾ ਕੁਮਾਰੀ ਹੈ। ਮੈਂ ਸਰਕਾਰੀ ਹਾਈ ਸਕੂਲ ਸਾਹੋਵਾਲ ਜ਼ਿਲ੍ਹਾ ਗੁਰਦਾਸਪੁਰ ਵਿਖੇ ਬਤੌਰ ਪੰਜਾਬੀ ਅਧਿਆਪਿਕਾ ਸੇਵਾ ਨਿਭਾ ਰਹੀ ਹਾਂ। ਬੱਚਿਓ, ਅੱਜ ਮੈਂ ਤੁਹਾਡੇ ਸਾਹਮਣੇ ਜਮਾਤ 6ਵੀਂ ਦੇ ਪਾਠਕ੍ਰਮ ਵਿੱਚ ਸ਼ਾਮਿਲ ਪਾਠ 10ਵਾਂ ਕੀੜੀ, ਜੋ ਕਿ ਕਵੀ ਸੁਰਜੀਤ ਸਿੰਘ ਮੁਜਾਰਾ ਜੀ ਦੇ ਦੁਆਰਾ ਲਿਖੀ ਗਈ ਹੈ, ਉਹ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹੋਈ ਹਾਂ। ਬੱਚਿਓ, ਇਸ ਕਵਿਤਾ ਦੇ ਵਿੱਚ ਕਵੀ ਨੇ ਬਹੁਤ ਹੀ ਵਧੀਆ ਸੰਦੇਸ਼ ਦਿੱਤਾ ਹੈ। ਕਵੀ ਨੇ ਇਸ ਕਵਿਤਾ ਵਿੱਚ ਸਾਨੂੰ ਕੀੜੀ ਦੀ ਉਦਾਹਰਨ ਦਿੰਦਿਆਂ ਸਮਝਾਇਆ ਹੈ ਕਿ ਸਾਹਸ ਅਤੇ ਲਗਨ ਨਾਲ ਸਦਾ ਮਿਹਨਤ ਕਰਦੇ ਰਹਿਣਾ ਚਾਹੀਦਾ ਹੈ, ਇੱਕ ਦੂਸਰੇ ਦਾ ਸਹਾਰਾ ਬਣਨਾ ਚਾਹੀਦਾ ਹੈ, ਰਲ ਮਿਲ ਕੇ ਖਾਣਾ ਚਾਹੀਦਾ ਹੈ, ਇੱਕ ਦੂਜੇ 'ਤੇ ਵਿਸ਼ਵਾਸ ਕਰਨ ਦਾ ਜਿਹੜਾ ਸੰਦੇਸ਼ ਹੈ ਉਹ ਇਹਦੇ ਵਿੱਚ ਦਿੱਤਾ ਗਿਆ ਹੈ। ਕਵੀ ਮੁਜਾਰਾ ਜੀ ਦੁਆਰਾ ਇਹ ਦੱਸਿਆ ਗਿਆ ਹੈ, ਕੀੜੀ ਦੀ ਉਦਾਹਰਨ ਦੇ ਕੇ ਕੀੜੀਆਂ ਕਹਿੰਦੇ ਹੈ ਕਿ ਹਮੇਸ਼ਾ ਰਲ ਮਿਲ ਕੇ ਖਾਂਦੀਆਂ ਹਨ, ਪੀਂਦੀਆਂ ਹਨ, ਇੱਕ ਦੂਜੇ ਦਾ ਸਹਾਰਾ ਬਣਦੀਆਂ ਹਨ, ਜੋ ਕਿ ਇੱਕ ਆਮ ਇਨਸਾਨ ਵਾਸਤੇ ਬਹੁਤ ਹੀ ਵਧੀਆ ਜਿਹੜਾ ਸੰਦੇਸ਼ ਆ ਉਹ ਦਿੱਤਾ ਗਿਆ ਹੈ। ਉਹਨਾਂ ਦੇ ਦੁਆਰਾ ਇਹ ਕਿਹਾ ਗਿਆ ਹੈ, ਕੀੜੀ ਵਾਂਗ ਸਾਨੂੰ ਵੀ ਸਾਰਿਆਂ ਨੂੰ ਆਪਸ ਵਿੱਚ ਰਲ ਕੇ ਰਹਿਣਾ ਚਾਹੀਦਾ ਹੈ ਅਤੇ ਇੱਕ ਦੂਜੇ ਦਾ ਸਹਾਰਾ ਬਣਨਾ ਚਾਹੀਦਾ ਹੈ। ਚਲੋ ਬੱਚੋ, ਹੁਣ ਆਪਾਂ ਕਵਿਤਾ ਜਿਹੜੀ ਹੈਗੀ ਆ ਉਹ ਸ਼ੁਰੂ ਕਰਦੇ ਹਾਂ। ਕੀੜੀ। ਕੀੜੀ ਕੀੜੀ ਕਹਿ ਕੇ ਉਸਨੂੰ ਐਵੇਂ ਨਾ ਦੁਰਕਾਰੋ, ਕੀੜੀ ਭਾਵੇਂ ਨਿੱਕੀ ਦਿਸਦੀ ਪਰ ਉਸਨੂੰ ਸਤਿਕਾਰੋ। ਨਾ ਉਸ ਦੇ ਵਿੱਚ ਮਾਸ ਹੈ ਲੱਗਦਾ, ਨਾ ਦਿਸਦੀ ਹੈ ਖੱਲ, ਨਿੱਕਾ ਨਿੱਕਾ ਤਨ ਹੈ ਉਸਦਾ, ਵੱਡੀ ਉਸਦੀ ਗੱਲ। ਇਸ ਸਤਰਾਂ ਵਿੱਚ ਜਿਹੜੇ ਮਹਾਨ ਸ਼ਖਸੀਅਤ ਸੁਰਜੀਤ ਸਿੰਘ ਮੁਜਾਰਾ ਦੇ ਦੁਆਰਾ ਜਿਹੜੀ ਕਵਿਤਾ ਹੈ ਕੀੜੀ ਲਿਖੀ ਗਈ ਹੈ, ਉਹਨਾਂ ਦੁਆਰਾ ਇਸ ਸਤਰਾਂ ਵਿੱਚ ਕਿਹਾ ਗਿਆ ਹੈ ਕਿ ਕੀੜੀ ਭਾਵੇਂ ਇੱਕ ਨਿੱਕੀ ਜਿਹੀ ਚੀਜ਼ ਹੈ, ਫਿਰ ਵੀ ਉਸਨੂੰ ਕੀੜੀ ਸਮਝ ਕੇ ਉਸਦਾ ਤਿਰਸਕਾਰ ਅਰਥਾਤ ਉਸਦਾ ਮਜ਼ਾਕ ਨਹੀਂ ਕਰਨਾ ਚਾਹੀਦਾ, ਮਜ਼ਾਕ ਨਹੀਂ ਬਣਾਉਣਾ ਚਾਹੀਦਾ, ਉਸਦੀ ਇੱਜ਼ਤ ਕਰਨੀ ਚਾਹੀਦੀ ਹੈ। ਭਾਵੇਂ ਕੀੜੀ 'ਤੇ ਨਾ ਤਾਂ ਮਾਸ ਦਿਸਦਾ ਹੈ, ਨਾ ਹੀ ਉਸਦੀ ਚਮੜੀ ਨਜ਼ਰ ਆਉਂਦੀ ਹੈ, ਉਸਦਾ ਸਰੀਰ ਵੀ ਨਿੱਕਾ ਜਿਹਾ ਦਿਸਦਾ ਹੈ, ਪਰੰਤੂ ਉਹ ਕੰਮ ਬਹੁਤ ਹੀ ਜ਼ਿਆਦਾ ਵੱਡੇ ਕਰਦੀ ਹੈ। ਨਾ ਕੁਛ ਸਾਨੂੰ ਬੋਲ ਸੁਣਾਵੇ, ਨਾ ਕੋਈ ਭਰੇ ਹੁੰਗਾਰਾ, ਪਰ ਉਸ ਦੇ ਨੇ ਕੰਮ ਅਜਿਹੇ ਧਿਆਨ ਜੋ ਖਿੱਚਣ ਸਾਰਾ। ਇੱਕੋ ਤੌਰ ਤੁਰੀ ਉਹ ਜਾਵੇ, ਬਸ ਅੱਗੇ ਤੋਂ ਅੱਗੇ, ਉਸਦਾ ਤੁਰਨਾ ਜੀਵਨ ਜਾਪੇ, ਖੜਨਾ ਮਰਨਾ ਲੱਗੇ। ਇਹਨਾਂ ਸਤਰਾਂ ਵਿੱਚ ਬੱਚੋ ਕਵੀ ਕਹਿੰਦੇ ਹਨ ਕਿ ਕੀੜੀ ਬਾਰੇ ਗੱਲ ਕਰਦਿਆਂ ਹੋਏ ਜਿਹੜੇ ਕਵੀ ਆ ਉਹ ਦੱਸਦੇ ਹਨ ਕਿ ਉਹ ਨਾ ਤਾਂ ਸਾਨੂੰ ਕੁਛ ਕਹਿੰਦੀ ਹੈ, ਨਾ ਹੀ ਕੋਈ ਹੁੰਗਾਰਾ ਭਰਦੀ ਹੈ, ਫਿਰ ਵੀ ਕਹਿੰਦੇ ਹੈ ਕਿ ਉਸਦੇ ਕੰਮ ਅਜਿਹੇ ਹਨ ਕਿ ਉਹ ਸਾਡਾ ਧਿਆਨ ਆਪਣੇ ਵੱਲ ਖਿੱਚ ਲੈਂਦੀ ਹੈ, ਕਿ ਕਦੇ ਕਦੇ ਕਹਿੰਦੇ ਉਸ ਕੀੜੀ ਵੱਲ ਵੇਖ ਕੇ ਇਹੋ ਜਿਹਾ ਪ੍ਰਤੀਤ ਹੁੰਦਾ ਹੈ ਕਿ ਬਹੁਤ ਹੀ ਕੁਛ ਇਹ ਆਪਣਾ ਅਨੋਖਾ ਕੰਮ ਕਰਦੀਆਂ ਹਨ, ਜਿਸ ਕਰਕੇ ਸਾਰਿਆਂ ਦਾ ਜਿਹੜਾ ਧਿਆਨ ਹੈ ਕੀੜੀ ਵੱਲ ਖਿੱਚਿਆ ਚਲਾ ਜਾਂਦਾ ਹੈ। ਉਸ ਵਿੱਚ ਇੱਕ ਬਹੁਤ ਵੱਡਾ ਗੁਣ ਹੈ ਕਿ ਉਹ ਅੱਗੇ ਹੀ ਤੁਰਨਾ ਜਾਣਦੀ ਹੈ, ਉਹ ਆਪਣੀ ਚਾਲੇ ਤੁਰਦੀ ਰਹਿੰਦੀ ਹੈ, ਉਸਦੀ ਤੋਰ ਸਾਨੂੰ ਜੀਵਨ ਦੀ ਜਾਂਚ ਸਿਖਾਉਂਦੀ ਹੈ, ਜਦ ਕਿ ਖੜੋਣਾ ਮੌਤ ਦੀ ਨਿਸ਼ਾਨੀ ਪ੍ਰਗਟ ਕਰਦਾ ਹੈ। ਅੱਗੇ ਹੈ ਬੱਚੋ, ਹਰ ਵੇਲੇ ਹੀ ਕਿਸੇ ਕੰਮ ਵਿੱਚ ਉਹ ਰੁੱਝੀ ਹੈ ਰਹਿੰਦੀ, ਜੇ ਰੁੱਝ ਜਾਈਏ ਉਸਦੇ ਵਾਂਗੂ ਔਂਕੜ ਕੁਛ ਨਾ ਕਹਿੰਦੀ, ਉਸਦਾ ਸਾਹਸ ਲਗਨ ਜਦ ਤੱਕੀਏ, ਜਿੰਦ ਨੂੰ ਆਏ ਹੁਲਾਰਾ, ਡਿੱਗਦਾ ਡਿੱਗਦਾ ਮਨ ਜੇ ਹੋਵੇ, ਫਿਰ ਤੋਂ ਹੋਏ ਕਰਾਰਾ। ਇਹਨਾਂ ਸਤਰਾਂ ਵਿੱਚ ਬੱਚੋ ਕਵੀ ਕੀੜੀ ਦੇ ਗੁਣਾਂ ਬਾਰੇ ਦੱਸਦੇ ਹੋਏ ਆਖਦੇ ਹਨ ਕਿ ਜੇ ਅਸੀਂ ਵੀ ਕੀੜੀ ਵਾਂਗੂ ਕੰਮ ਵਿੱਚ ਰੁੱਝੇ ਰਹੀਏ
ਤਾਂ ਸਾਨੂੰ ਕੋਈ ਵੀ ਮੁਸੀਬਤ ਘੇਰ ਨਹੀਂ ਸਕਦੀ। ਉਸ ਦਾ ਹੌਸਲਾ ਅਤੇ ਕੰਮ ਕਰਨ ਦੀ ਲਗਨ ਨੂੰ ਦੇਖ ਕੇ ਜੀਵਨ ਵਿੱਚ ਇੱਕ ਹੁਲਾਰਾ ਜਿਹਾ ਆਉਂਦਾ ਹੈ। ਸਾਡਾ ਢਹਿੰਦਾ ਹੋਇਆ ਜਿਹੜਾ ਮਨ ਵੀ ਮੁੜ ਤੋਂ ਖੜਾ ਹੋ ਜਾਂਦਾ ਹੈ। ਅੱਗੇ ਹੈ, ਉਸ ਦੀ ਲੋੜ ਜਦੋਂ ਮੈਂ ਤੱਕੀ ਥੋੜ੍ਹੀ ਥੋੜ੍ਹੀ ਜਾਪੇ, ਬੰਦਿਆਂ ਵਾਂਗ ਨਾ ਧਰਤੀ ਨੂੰ ਉਹ ਗਿੱਠਾਂ ਦੇ ਵਿੱਚ ਨਾਪੇ। ਇੱਕ ਇੱਕ ਕਰਕੇ ਦਲ ਬਣ ਜਾਂਦਾ ਭਾਰਾ, ਆਪਸ ਵਿੱਚ ਹੀ ਇੱਕ ਦੂਜੇ ਦਾ ਬਣਦੀਆਂ ਹਨ ਸਹਾਰਾ। ਇਹਨਾਂ ਸਤਰਾਂ ਵਿੱਚ ਕਵੀ ਕੀੜੀ ਦੇ ਬਾਰੇ ਦੱਸਦੇ ਹੋਏ ਆਖਦੇ ਹਨ ਕਿ ਜਦੋਂ ਵੀ ਕੀੜੀ ਨੂੰ ਵੇਖਿਆ ਹੈ ਤਾਂ ਸਾਨੂੰ ਉਸਦੀ ਜ਼ਰੂਰਤ ਥੋੜ੍ਹੀ ਥੋੜ੍ਹੀ ਜਿਹੀ ਨਜ਼ਰ ਆਉਂਦੀ ਹੈ। ਉਹ ਬੰਦਿਆਂ ਵਾਂਗ ਇਸ ਧਰਤੀ ਨੂੰ ਗਿੱਠਾਂ ਵਿੱਚ ਨਹੀਂ ਮਾਪਦੀ। ਉਹ ਇੱਕ ਇੱਕ ਕਰਕੇ ਇਕੱਠਿਆਂ ਹੋ ਕੇ ਇੱਕ ਤਕੜੀ ਫੌਜ ਦਾ ਰੂਪ ਧਾਰਨ ਕਰ ਲੈਂਦੀਆਂ ਹਨ। ਉਹ ਆਪਸ ਵਿੱਚ ਵੀ ਇੱਕ ਦੂਜੇ ਦਾ ਜਿਹੜਾ ਸਹਾਰਾ ਹੈ ਉਹ ਬਣਦੀਆਂ ਹਨ ਕਿ ਉਹ ਇੱਕ ਇੱਕ ਕਰਕੇ ਇੱਕ ਬੜੀ ਤਗੜੀ ਜਿਹੜੀ ਫੌਜ ਹੈ ਉਹ ਤਿਆਰ ਕਰ ਲੈਂਦੀਆਂ ਹਨ ਅਤੇ ਆਪਸ ਵਿੱਚ ਇੱਕ ਦੂਜੇ ਦਾ ਜਿਹੜਾ ਸਹਾਰਾ ਹੈ ਉਹ ਕੀੜੀਆਂ ਬਣਦੀਆਂ ਹਨ। ਅੱਗੇ ਹੈ, ਜਦ ਕੁਝ ਖਾਵਣ ਜੋ ਕੁਝ ਖਾਵਣ, ਰਲ ਮਿਲ ਕੇ ਹੀ ਖਾਵਣ, ਬੰਦਿਆਂ ਵਾਂਗ ਨਾ ਦਲ ਕੀੜੀ ਦੇ, ਵੰਡੀਆਂ ਥਾਂ ਥਾਂ ਪਾਵਣ। ਇਹਨਾਂ ਸਤਰਾਂ ਵਿੱਚ ਕਵੀ ਕੀੜੀ ਦੇ ਗੁਣਾਂ ਬਾਰੇ ਦੱਸਦੇ ਹੋਏ ਆਖਦੇ ਹਨ ਕਿ ਕੀੜੀਆਂ ਜਦੋਂ ਵੀ ਕੁਝ ਖਾਂਦੀਆਂ ਹਨ ਤਾਂ ਉਹ ਰਲ ਕੇ ਖਾਂਦੀਆਂ ਹਨ। ਉਹ ਬੰਦਿਆਂ ਵਾਂਗ ਜਗ੍ਹਾ ਜਗ੍ਹਾ ਵੰਡੀਆਂ ਪਾ ਕੇ ਨਹੀਂ ਬੈਠਦੀਆਂ। ਕੀੜੀ ਜਦੋਂ ਵੀ ਖੁੱਡ ਵਿੱਚੋਂ ਨਿਕਲਦੀ ਹੈ ਤਾਂ ਇੱਕੋ ਭਰੋਸਾ ਲੈ ਕੇ ਨਿਕਲਦੀ ਹੈ ਕਿ ਖਾ ਪੀ ਕੇ ਜੋ ਕੁਝ ਵੀ ਬਚਿਆ ਉਸਨੂੰ ਪੰਡਾਂ ਵਿੱਚ ਬੰਨ੍ਹ ਕੇ ਚੁੱਕਣਾ ਨਹੀਂ। ਉਹ ਉੱਥੇ ਹੀ ਉਸਨੂੰ ਖਤਮ ਕਰ ਦਿੰਦੀਆਂ ਹਨ ਅਤੇ ਖੁਸ਼ ਰਹਿੰਦੀਆਂ ਹਨ। ਅੱਗੇ ਹੈ, ਇੱਕ ਵਿਸ਼ਵਾਸ ਭਰੋਸਾ ਲੈ ਕੇ ਕੀੜੀ ਖੁੱਡ ਤੋਂ ਆਈ, ਖਾਂਦੇ ਖਾਂਦੇ ਜੋ ਕੁਝ ਬਚਿਆ ਉਸਦੀ ਪੰਡ ਨਾ ਚਾਈ। ਕਹਿੰਦੇ ਕਿ ਉਹ ਬੰਦਿਆਂ ਵਾਂਗ ਜਗ੍ਹਾ ਜਗ੍ਹਾ ਵੰਡੀਆਂ ਪਾ ਕੇ ਨਹੀਂ ਬੈਠਦੀਆਂ। ਕੀੜੀਆਂ ਕਹਿੰਦੇ ਕਿ ਖੁੱਡ ਵਿੱਚੋਂ ਨਿਕਲਦੀਆਂ ਹਨ ਤਾਂ ਇੱਕ ਭਰੋਸਾ ਲੈ ਕੇ ਨਿਕਲਦੀਆਂ ਹਨ ਕਿ ਖਾ ਪੀ ਕੇ ਜੋ ਕੁਝ ਵੀ ਬਚਿਆ ਉਸਨੂੰ ਪੰਡਾਂ ਵਿੱਚ ਬੰਨ੍ਹ ਕੇ ਚੁੱਕਣਾ ਨਹੀਂ। ਅੱਗੇ ਹੈ ਬੱਚਿਓ, ਜਦ ਮਿੱਠੀਆਂ ਖੁਸ਼ਬੂਆਂ। ਅੱਗੇ ਹੈ ਬੱਚਿਓ, ਜਦ ਮਿੱਠੀਆਂ ਖੁਸ਼ਬੂਆਂ ਭਰੀਆਂ ਛੇਹਾਂ ਕਿਧਰੇ ਮਹਿਕਣ, ਕੀੜੀਆਂ ਉੱਥੇ ਸੰਗ ਸਹੇਲੀਆਂ ਕਲੀਆਂ ਵਾਂਗੂ ਟਹਿਕਣ। ਐਡਾ ਪਿਆਰ ਨਾ ਦਿਸਿਆ ਕਿਧਰੇ, ਮਹਿਕਾ ਦੂਰ ਖਲੇਰੇ, ਦੇਸ਼ ਪਿਆਰ ਦਾ ਕਿਹ ਅਜੂਬਾ, ਵੰਡੇ ਖੁਸ਼ੀ ਚੁਫੇਰੇ। ਇਹਨਾਂ ਸਤਰਾਂ ਵਿੱਚ ਕਵੀ ਜਿਹੜੇ ਹੈ ਕੀੜੀ ਬਾਰੇ ਗੱਲ ਕਰਦਾ ਹੋਇਆ ਆਖਦਾ ਹੈ ਕਿ ਜਦੋਂ ਵੀ ਕਿਤੇ ਮਿੱਠੀਆਂ ਮਿੱਠੀਆਂ ਖੁਸ਼ਬੂਆਂ ਮਹਿਕਦੀਆਂ ਹਨ ਤਾਂ ਕੀੜੀਆਂ ਉੱਥੇ ਆਪਣੀਆਂ ਸਾਰੀਆਂ ਸਹੇਲੀਆਂ ਨਾਲ ਕਲੀਆਂ ਦੇ ਫੁੱਲ ਵਾਂਗ ਟਹਿਕਦੀਆਂ ਨਜ਼ਰ ਆਉਂਦੀਆਂ ਹਨ। ਕੀੜੀਆਂ ਵਰਗਾ ਪਿਆਰ ਕਿਧਰੇ ਵੀ ਨਜ਼ਰ ਨਹੀਂ ਆਉਂਦਾ ਜਿਹੜਾ ਦੂਰ ਤੱਕ ਮਹਿਕਾਂ ਖਿਲਾਰਦਾ ਹੈ। ਇਹਨਾਂ ਵਿੱਚ ਦੇਸ਼ ਦੇ ਪਿਆਰ ਦਾ ਅਜਿਹਾ ਜਜ਼ਬਾ ਹੈ ਜਿਸ ਨੂੰ ਇਹ ਚਾਰੇ ਪਾਸੇ ਵੰਡਦੀਆਂ ਨਹੀਂ ਥੱਕਦੀਆਂ। ਕਿ ਇਹਨਾਂ ਦੇ ਵਿੱਚ ਦੇਸ਼ ਦੇ ਪਿਆਰ ਦਾ ਵੀ ਅਜਿਹਾ ਜਜ਼ਬਾ ਆ ਕਿ ਜਿਨ੍ਹਾਂ ਨੂੰ ਇਹ ਚਾਰੇ ਪਾਸੇ ਵੰਡਦੀਆਂ ਫਿਰਦੀਆਂ ਹਨ ਅਤੇ ਕਦੇ ਵੀ ਥੱਕਦੀਆਂ ਨਹੀਂ ਹਨ। ਕਿ ਜਦੋਂ ਵੀ ਬੱਚੇ ਇਹਨਾਂ ਨੂੰ ਕਿਤੇ ਕੋਈ ਮਿੱਠੀ ਖੁਸ਼ਬੂ ਵਾਲੀ ਚੀਜ਼ ਨਜ਼ਰ ਆਉਂਦੀ ਹੈ, ਖੁਸ਼ਬੂ ਇਹਨਾਂ ਨੂੰ ਸੁੰਘਣ ਨੂੰ ਮਿਲਦੀ ਹੈ, ਇਹ ਸਾਰੀਆਂ ਸਹੇਲੀਆਂ ਇੱਕ ਦੂਜੇ ਵੱਲ ਦੇਖੋ ਦੇਖੀ ਉੱਥੇ ਟਹਿਕਣ ਲੱਗ ਪੈਂਦੀਆਂ ਹਨ। ਉੱਥੇ ਸਾਰੀਆਂ ਇਕੱਠੀਆਂ ਹੋ ਕੇ ਚਲੇ ਜਾਂਦੀਆਂ ਹਨ। ਅੱਗੇ ਹੈ, ਆਓ ਰਲ ਕੇ ਕੀੜੀ ਵਾਂਗੂ ਰੁਝੀਏ ਪਿਆਰ ਵੰਡਾਈਏ, ਸਿਦਕ ਲਗਨ ਸੰਗ ਮਿਹਨਤ ਕਰੀਏ,
जग सुरजीत बनाइए। इन्हां काव्य सत्तरां विच कवि जी दसदे हन कि सानू कीड़ियां दे जीवन तो प्रेरणा लैके उन्हां वांग रल के रहना चाहिदा है। अपने कंमां विच रुझ के एक दूजे नूं प्यार वंडना चाहिदा है। उन्हां वांग ही सिदक लगन नाल मेहनत करके सारिया दुनिया नूं तरक्की दे रस्ते तोरना चाहिदा है। कि कीड़ी तो सानू ये सिक्ख्या लैनी चाहिदी है कि एक दूजे नूं आपां प्यार वंडाउणा आ अते सिदक लगन मेहनत दे नाल मेहनत करके तरक्की करके जग नूं सुरजीत असी बनाना है। ठीक है बच्चों, उम्मीद है तुहानू सारिਆਂ ਨੂੰ ਇਹ कीड़ी कविता बहुत पसंद आई होवेगी। हुण असी इस कविता दा जिहड़ा अभ्यास है वो करांगे। सब तो पहला आपां इहदे प्रश्न उत्तर जिहड़े है वो करांगे। पहला प्रश्न है, कीड़ी किहो जिही दिसती है? उम्मीद है सारे बच्चों नूं चंगी तरह इसका उत्तर आंदा होएगा। तो चलो बच्चों, मैं इसका उत्तर दिंदी हाँ कि कीड़ी एक बच्चों बहुत ही निक्का जिहा जीव है जिसते ना तो मांस दिसता है अते ना ही चमड़ी। उसका शरीर भी बहुत छोटा जिहा हुंदा है। अगला प्रश्न है, कीड़ी दे काम ते उसदी लगन किहो जिही है? उत्तर है, कीड़ी हर वेले काम विच कोई ना कोई काम विच रुझी नज़र आउंदी है। वह अपनी चाले चलती रहती है। वो सिदक अते लगन दी बहुत पक्की हुंदी है। अगला प्रश्न है, कीड़ियां दा दल रल मिल के किस तरह रहंदा है? उत्तर है, कीड़ियां दा दल रल मिल के खांदा पींदा ते एक दूजे दा सहारा बनदा है। अगला प्रश्न है, कीड़ियां गल्लां किवें करदियां हन? उत्तर है, जदों कीड़ियां एक दूजे नाल मूँह छुहांदियां हन तां लगदा है वो आपस विच गल्लां करदियां हन। कीड़ी तो सानू की सिक्ख्या मिलदी है? कीड़ी तो सानू रल मिल के रहन अते सिदक ते लगन नाल काम करन दी जिहड़ी सिक्ख्या है वो मिलदी है। अगला प्रश्न है, कीड़ियां आपस विच किवें रहंदियां हन? उत्तर है, कीड़ियां आपस विच रल मिल के एक दल बना के रहंदियां हन। अगला प्रश्न है, कीड़ी तो सानू की सिक्ख्या मिलती है? कीड़ी तो सानू इस कविता द्वारा सानू यही सिक्ख्या रल मिल के रहन अते सिदक दे नाल काम करन दी जिहड़ी सिक्ख्या है वो मिलती है। अगला प्रश्न है, कीड़ियां आपस विच किवें रहंदियां हन? कीड़ियां आपस विच रल मिल के एक दल बना के रहंदियां हन। अखीरला प्रश्न है बच्चों, कवि ने इस कविता विच की संदेश दिता है? बहुत ही सोहना उत्तर है कि कवि ने इस कविता दे विच साहस अते लगन नाल सदा मेहनत करते रहना, एक दूजे का सहारा बनना, रल मिल के खाना अते एक दूजे ते विश्वास करन दा जिहड़ा संदेश है वह दिता है। उम्मीद है बच्चों तुहानू इस पाठ के प्रश्न उत्तरां की चंगी तरह जिहड़ी समझ है वो लगी होएगी। हुण असी इस पाठ के औखे शब्दां के जिहड़े अर्थ है वह करांगे। सब तो पहला साडा शब्द है हुंगारा। हुंगारा का की मतलब हुंदा है कि गल दे जवाब विच हाँ हाँ जां हूँ करना जां हाँ करना उसनूं हुंगारा कहते हैं। कि कोई भी गल करदे हैं जदों तुसी अल्फाज कोई शब्द ना कढ़दे होए तुसी या सिर्फ हाँ हाँ या हूँ की आवाज़ ते दिंदे हो उसनूं हुंगारा कहा जाता है। अगला शब्द है साहस। साहस तो की भाव है? साहस तो भाव हुंदा है हौसला, दलेरी अते हिम्मत। अगला प्रश्न है लगन। लगन तो भाव है
ਧੁਨ, ਸ਼ੌਕ, ਰੁਚि ਜਾਂ ਲਿਵ। ਅਗਲਾ ਪ੍ਰਸ਼ਨ ਹੈ ਅਜੂਬਾ। ਅਜੂਬਾ ਦਾ ਮਤਲਬ ਕੀ ਹੁੰਦਾ ਬੱਚਿਓ? ਅਜੀਬ ਚੀਜ਼ ਜਾਂ ਅਨੋਖੀ ਗੱਲ। ਅਗਲਾ ਪ੍ਰਸ਼ਨ ਹੈ ਇਤਬਾਰ। ਇਤਬਾਰ ਦਾ ਕੀ ਮਤਲਬ ਹੁੰਦਾ ਹੈ? ਭਰੋਸਾ, ਯਕੀਨ ਜਾਂ ਵਿਸ਼ਵਾਸ। ਅਖੀਰਲਾ ਸ਼ਬਦ ਹੈ ਸਾਡਾ ਸੁਰਜੀਤ। ਸੁਰਜੀਤ ਦਾ ਕੀ ਅਰਥ ਹੁੰਦਾ ਹੈ? ਜਿੰਦਾ, ਜਿਉਂਦਾ। ਠੀਕ ਹੈ, ਪਰ ਇਸ ਕਵਿਤਾ 'ਚ ਕਹਿੰਦੇ ਸੁਰਜੀਤ ਤੋਂ ਭਾਵ ਕੀ ਹੁੰਦਾ ਹੈ? ਸ਼ਾਇਰ ਦਾ ਉਪਨਾ। ਕਿ ਇਹਦੇ ਵਿੱਚ ਜਿਹੜੇ ਸੁਰਜੀਤ ਸਿੰਘ ਮਰਜਾਰਾ ਜੀ ਦੁਆਰਾ ਜਿਹੜੀ ਕਵਿਤਾ ਇਹ ਕੀੜੀ ਲਿਖੀ ਗਈ ਹੈ, ਉਹਨਾਂ ਦੇ ਨਾਮ 'ਤੇ ਹੀ ਆਧਾਰਿਤ ਇਹ ਜਿਹੜਾ ਸ਼ਬਦ ਹੈ, ਇਸ ਦਾ ਅਰਥ ਦੱਸਿਆ ਗਿਆ ਹੈ ਕਿ ਸੁਰਜੀਤ ਤੋਂ ਭਾਵ ਹੁੰਦਾ ਹੈ ਸ਼ਾਇਰ ਦਾ ਉਪਨਾਮ। ਇਸ ਕਰਕੇ ਬੱਚਿਓ ਮੈਨੂੰ ਉਮੀਦ ਹੈ ਤੁਹਾਨੂੰ ਇਹ ਕਵਿਤਾ ਬਹੁਤ ਸੋਹਣੀ ਲੱਗੀ ਹੋਏਗੀ ਅਤੇ ਤੁਹਾਨੂੰ ਡੇਲੀ ਕੁਛ ਨਾ ਕੁਛ ਇਹਦੇ ਵਿੱਚੋਂ ਜਿਹੜੀ ਕੀੜੀ ਤੋਂ ਦੇਖਣ ਤੋਂ ਬਾਅਦ ਤੁਹਾਨੂੰ ਕੁਛ ਨਾ ਕੁਛ ਸਿੱਖਣ ਨੂੰ ਮਿਲੇਗਾ। ਅਤੇ ਮੈਨੂੰ ਇਹ ਵੀ ਉਮੀਦ ਹੈ ਤੁਹਾਨੂੰ ਇਸ ਪਾਠ ਦੇ ਸ਼ਬਦ ਅਰਥ ਅਤੇ ਜਿਹੜੇ ਪ੍ਰਸ਼ਨ ਉੱਤਰ ਹਨ ਉਹ ਵੀ ਚੰਗੀ ਤਰ੍ਹਾਂ ਆਏ ਹੋਣਗੇ। ਬਹੁਤ ਬਹੁਤ